ਤੇ ਇੱਥੇ ਇਹਦੇ 'ਚ ਗੱਡੀ ਵਾੜ ਕੇ ਤੇ 15-20 ਦਿਨ ਢੱਕੀ ਰਹਿਣੀ ਗੱਡੀ ਆਪਣੀ ਇੱਥੇ। ਕਸਟਮ ਵਾਲੇ ਵੀ ਆ ਕੇ ਖਲੋ ਗਏ ਜਿਨ੍ਹਾਂ ਨੇ ਚੈੱਕ ਕਰਕੇ ਅੰਦਰ ਵਾੜਨੀ ਇੱਥੋਂ ਦਾ ਕਸਟਮ ਵਾਲਾ। ਲਓ ਵੜ ਗਈ ਗੱਡੀ ਅੰਦਰ। ਇਹ ਸੀਲ ਕਰ ਦੇਣੀ ਹੈ ਤੇ ਇਹ ਉਧਰ ਵਾਲੇ ਕਸਟਮ ਵਾਲੇ ਖੋਲਣੀ ਹੈ। ਇਹ ਰਿਵਰਸ ਸਰਵੇ ਦਾ ਸੀਲ ਲੱਗ ਜਾਣੀ ਹੈ। ਕਾਸਟ ਤਕਰੀਬਨ ਇੱਥੋਂ ਸ਼ਿਪ ਕਰਾਉਣ ਦੀ ਜਿਹੜੀ ਹੈ ਨਾ ਕੋਈ $2400 ਦੇ ਕੋਲ ਜਿਹੜੀ ਹੈ ਨਾ ਬਣ ਗਈ ਹੈ। ਸਾਰਾ ਕੁਛ ਪਾ ਲਾ ਕੇ ਫਿਰ ਉੱਥੇ ਅੰਗੂਸ਼, ਦਾਗਿਸਤਾਨ, ਚਚਨੀਆਂ, ਉੱਥੇ ਬਹੁਤ ਚੰਗੇ ਪਿਆਰੇ ਦੋਸਤ ਬਣੇ, ਨਵੇਂ ਦੋਸਤ ਬਣੇ, ਉਹ ਮਿਲੇ। ਉਹਨਾਂ ਨਾਲ ਜਿਹੜਾ ਟਾਈਮ ਸਪੈਂਡ ਕੀਤਾ ਉਹ ਚੰਗੇ ਲੋਕਾਂ ਦੀਆਂ ਯਾਦਾਂ ਲੈ ਕੇ ਚੱਲੇ ਆ। ਉਹ ਸਫ਼ਰ ਦੀਆਂ ਯਾਦਾਂ ਲੈ ਕੇ ਰਹੇ ਵੀ ਕਿੱਡਾ ਖੂਬਸੂਰਤ ਦੁਨੀਆ ਰੱਬ ਨੇ ਬਣਾਈ ਹੈ ਅਤੇ ਉਹ ਖੂਬਸੂਰਤ ਦੁਨੀਆ ਨੂੰ ਵੇਖਣ ਦਾ ਜੇ ਰੱਬ ਨੇ ਮੌਕਾ ਦਿੱਤਾ ਤੇ ਮੈਂ ਕਹਿੰਦਾ ਰੱਬ ਦਾ ਲੱਖ ਸ਼ੁਕਰ। ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ ਵਾਲਿਆਂ ਨੇ, ਬਰਾੜ ਸਾਹਿਬ ਨੇ ਤੇ ਦਲਜੀਤ ਭਾਈ ਉਹਨਾਂ ਨੇ, ਤੇ ਉਸ ਪ੍ਰੋਗਰਾਮ ਦਾ ਇਨਵੀਟੇਸ਼ਨ ਹੈ ਮੇਰੇ ਕੋਲ। ਬਾਕੀ ਸਾਰਿਆਂ ਅਪਲਾਈ ਕਰ ਲਿਆ ਤੇ ਹੈ ਵੀ ਦਿਨ ਥੋੜ੍ਹੇ ਆ ਤੇ ਮੇਰੀ ਖੁਆਇਸ਼ ਬਹੁਤ ਜ਼ਿਆਦਾ ਵੀ ਪਹਿਲੋਂ ਵੀਜ਼ਾ ਜੇ ਇੰਡੀਆ ਦਾ ਹੋ ਜਾਏ। ਸੋ ਇਸ ਤੋਂ ਵੀ ਇਹ ਟ੍ਰਿਪ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਆਪਾਂ ਅਧੂਰਾ ਛੱਡ ਕੇ ਮੈਂ ਚੱਲਾਂ। ਜੇ ਤੁਸੀਂ ਫਿਊਚਰਸ ਟ੍ਰੇਡਿੰਗ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟ੍ਰੇਡਿੰਗ ਵਿੱਚ ਸਟਰਗਲ ਕਰ ਰਹੇ ਹੋ ਤਾਂ ਤੁਹਾਡੇ ਲਈ ਸਨਾਈਪਰ ਆਟੋ ਟ੍ਰੇਡਰ ਵੱਲੋਂ ਇੱਕ ਆਟੋਮੇਸ਼ਨ ਬੋਟ ਤਿਆਰ ਕੀਤਾ ਗਿਆ ਹੈ ਜਿਹਦੇ ਨਾਲ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਟ੍ਰੇਡਿੰਗ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਸਨਾਈਪਰ ਆਟੋ ਟ੍ਰੇਡਰ ਤੇ ਜਾ ਕੇ ਆਪਣੀ ਕਾਲ ਬੁੱਕ ਕਰਾ ਸਕਦੇ ਹੋ। अस्सलाम वालेकुम दोस्तों, मैं नासिर ढिल्लों, तुसीं जुड़े हो साडे चैनल पंजाबी लहर दे। अज दा एक होर व्लॉग लैके तुहाडे रूबरू हाँ। ते मैं जॉर्जिया च वाहवा दिन हो गए धर्म भाजी नूं तंग कीता, रोटियां पकवा के खाई जाने ते घूमण ने जॉर्जिया। ते जिवें तुहानूं पता भाजी आ जाओ, जिवें तुहानूं पता कि मैं दस्सिया सी पिछले वीडियो च कि साडी गड्डी अज़रबाईजान एंट्री नहीं दित्ती, उन्हें डिनाई करता सी। ते असीं हुण फिर प्रोग्राम बनाया भी जाने गड्डी नूं शिप करा देते हैं। ਜਾਂ ਤਾਂ ਟਰਕੀ ਦਾ ਵੀਜ਼ਾ ਲੈਂਦੇ, ਟਰਕੀ ਦਾ ਵੀਜ਼ਾ ਲੈਣ 'ਤੇ ਸਾਨੂੰ 8-10 ਦਿਨ ਲੱਗ ਜਾਣੇ ਸੀ। ਉਹ ਫਿਰ ਇੱਥੇ ਰੁਕਣਾ ਪੈਣਾ ਸੀ। ਫਿਰ ਉੱਤੋਂ ਮੇਰਾ ਇੰਡੀਆ ਦਾ ਇਨਵੀਟੇਸ਼ਨ ਆਇਆ ਸੀ। ਮੇਰਾ ਦਿਲ ਇਸ ਵੀ ਇੰਡੀਆ ਦਾ ਅਪਲਾਈ ਕਰੀਏ, ਵੀਜ਼ਾ ਸ਼ਾਇਦ ਮਿਲ ਜੇ। ਸੋ ਇਸ ਤੋਂ ਵੀ ਆਪਾਂ ਥੋੜ੍ਹੀ ਜਿਹੀ ਕਾਹਲੀ ਕਰਨ ਡੇ ਅਤੇ ਅੱਜ ਅਸੀਂ ਚੱਲੇ ਹਾਂ ਹੁਣ ਜੀ। ਇੱਥੋਂ 4 ਘੰਟੇ ਦੀ ਡਰਾਈਵ ਆ ਪੋਤੀ ਜਾ ਕੇ ਗੱਡੀ ਸ਼ਿਪ ਕਰਾਉਣੀ ਹੈ। ਅਤੇ ਕਿੰਨਾ ਕੁ ਟਾਈਮ ਲੱਗਦਾ ਆਪਾਂ ਨੂੰ। ਸਵੇਰੇ ਆਪਾਂ ਨਿਕਲ ਪੈਣ ਲੱਗੇ ਉੱਧਰ ਨੂੰ ਅਤੇ ਰਾਤੀ ਮੈਨੂੰ ਲੱਗਦਾ ਲੇਟ ਨਾਈਟ ਆਪਾਂ ਮੁੜਾਂਗੇ। ਤੇ ਅੱਜ ਦਾ ਸਫ਼ਰ ਜਿਹੜਾ ਸਾਡਾ ਪੋਤੀ ਵਾਲੇ ਪਾਸੇ ਦਾ ਰਹੇਗਾ। ਸੋ ਚੱਲਦੇ ਹਾਂ ਆਪਾਂ ਅੱਜ ਗੱਡੀ ਵਾਲਾ ਕੰਮ ਕਾਈਏ। ਲਓ ਵੀ ਗੱਡੀ ਲੈ ਕੇ ਆ ਗਏ ਆਪਾਂ ਸ਼ਿਪਿੰਗ ਕੰਪਨੀ ਦੇ ਜਿਹੜਾ ਉਹਨਾਂ ਦਾ ਸਟੋਰ ਰੂਮ ਜਾਂ ਤੁਸੀਂ ਗਰਾਜ ਕਹਿ ਲਓ ਇਹਨਾਂ ਦਾ, ਕੰਟੇਨਰਾਂ ਦਾ। ਤੇ ਗੱਡੀ ਚੜਾਉਣ ਲੱਗੇ ਆਪਾਂ ਉੱਤੇ ਇਹਦੇ ਤੇ ਕੰਟੇਨਰ ਤੇ। ਇੱਥੇ ਜਾਊਗੀ ਇਹ 24 ਤਰੀਕ ਨੂੰ ਇੱਥੋਂ ਤੁਰੂਗੀ ਤੇ ਪਹੁੰਚਦੀ ਕਿੰਨੇ ਦਿਨਾਂ ਨੂੰ ਇਹ ਵੀ ਉਹਨਾਂ ਨੂੰ ਪੁੱਛਦੇ। ਇੱਥੋਂ ਚੜ੍ਹਾ ਕੇ ਆਪਾਂ ਫਲਾਈਟ ਲੈ ਲੈਣੀ ਹੈ ਕੱਲ੍ਹ ਅਤੇ ਫਿਰ ਦੁਬਈ ਜਾ ਕੇ ਇਹਨੂੰ ਕਰਾਂਗੇ ਆਪਾਂ ਰਿਸੀਵ। ਹੁਣ ਕੰਟੇਨਰ 'ਚ ਚੜ੍ਹਾਉਂਦੇ ਇਹਨੂੰ ਲੈਸ਼ਿਸ ਬਣਦੇ ਆ, ਸਾਹਮਣੇ ਬਣਾਉਂਦੇ ਹੁੰਦੇ ਆ ਵੀ ਤੁਸੀਂ ਆਪਣੇ ਅੱਖੀਂ ਜਿਹੜਾ ਨਾ ਬਣਾਓ। ਉਹ ਸਿਰੇ ਹਾਂ ਮਤਲਬ ਵੀ ਉਹ ਸਾਹਮਣੇ ਲੈ ਜਾਓ ਉੱਥੇ ਸਿਰੇ 'ਤੇ, ਉੱਥੇ ਲੱਗਾ ਕੰਟੇਨਰ, ਉਹਦੇ 'ਚ ਵਾੜਨੀ ਹੈ ਗੱਡੀ ਹੁਣ ਆਪਾਂ। ਅਤੇ ਇਹਦੇ 'ਤੇ ਆਇਆ ਕਿੰਨਾ ਖਰਚਾ ਬਤੂਮੀ ਤੋਂ ਉੱਥੇ ਤੱਕ ਕਰਾਉਣ ਦਾ, ਇਹ ਤੁਹਾਨੂੰ ਮੈਂ ਜ਼ਰੂਰ। ਪੋਤੀ ਤੋਂ ਆਪਣੇ ਦੁਬਈ ਜਬਲ ਅਲੀ ਕਰਾਉਣ ਦਾ ਕਿੰਨਾ ਖਰਚਾ ਆਇਆ ਤੁਹਾਨੂੰ ਮੈਂ ਬਹਿ ਕੇ ਦੱਸਾਂਗਾ। ਪਹਿਲਾਂ ਆਪਾਂ ਗੱਡੀ ਚੜ੍ਹਾ ਲਈਏ, ਇਹਨੂੰ ਗੰਢਾ ਚੰਗੀ ਤਰ੍ਹਾਂ ਬੰਨ੍ਹ ਲਈਏ, ਕਿਤੇ ਡਿੱਗ ਸੱਟ ਨਾ ਲਵਾ ਲੇ। ਇਹ ਭਾਜੀ ਨਾ ਹੁੰਦੇ ਤਾਂ ਮੇਰੇ ਕੋਲ ਤਾਂ ਹੋਣੀ ਨਹੀਂ ਸੀ। ਮੈਨੂੰ ਪਤਾ ਨਹੀਂ ਲੱਗਣਾ ਵੀ ਕਿੱਥੇ ਬੋਲਦੇ, ਇਹਨਾਂ ਨੂੰ ਸਮਝ ਨਹੀਂ ਨਾ ਲੱਗਦੀ ਬਿਲਕੁਲ ਵੀ। ਬੋਲੀ ਦਾ ਬੜਾ ਫਰਕ ਹੈ, ਇੰਗਲਿਸ਼ ਬਿਲਕੁਲ ਨਹੀਂ ਇਹਨਾਂ ਨੂੰ ਹੁੰਦੇ ਆ। ਸਾਰਾ ਇਹਨਾਂ ਦਾ ਕੰਟੇਨਰ ਵਾਲਾ ਜੁਗਾੜ ਇਹਨਾਂ ਦਾ। ਅਤੇ ਇੱਥੋਂ ਆਪਾਂ ਗੱਡੀ ਚੜਾਉਣੀ ਉਹਨੂੰ ਉੱਤੇ, ਉਹਦੇ ਵਿੱਚ ਵਾੜਨੀ ਆਪਾਂ ਗੱਡੀ। ਆਹ ਖਲੋਤਾ ਇੱਕ ਅੱਗੇ ਗੱਡੀ ਵਿੱਚ ਕਸਟਮ ਵਾਲਾ ਆਇਆ। ਇਹ ਕਸਟਮ ਵਾਲਾ ਆਇਆ ਨਾ, ਇਹਨੂੰ ਉਡੀਕਣ ਡਿਆ ਸੀ ਕਸਟਮ ਵਾਲਿਆਂ ਨੂੰ। ਖਲੋਤਾ ਕੰਟੇਨਰ ਜਿਹਦੇ 'ਚ ਵਾੜਨੀ ਹੈ 20 ਫੁੱਟਾ ਕੰਟੇਨਰ ਹੈ। ਅਤੇ ਗੱਡੀ ਆਪਣੀ ਕਿੰਨੇ ਫੁੱਟ ਆ, ਮੈਨੂੰ ਲੱਗਦਾ 15 ਕੁ 'ਤੇ ਹੋਣੀ ਹੈ, 14-15 'ਤੇ ਹੋਣੀ। ਅਤੇ ਇੱਥੇ ਇਹਦੇ 'ਚ ਗੱਡੀ ਵਾੜ ਕੇ ਤੇ 15-20 ਦਿਨ ਢੱਕੀ ਰਹਿਣੀ ਗੱਡੀ ਆਪਣੀ ਇੱਥੇ। ਕਸਟਮ ਵਾਲੇ ਵੀ ਆ ਕੇ ਖਲੋ ਗਏ ਜਿਨ੍ਹਾਂ ਨੇ ਚੈੱਕ ਕਰਕੇ ਅੰਦਰ ਵਾੜਨੀ ਇੱਥੋਂ ਦਾ ਕਸਟਮ ਵਾਲਾ। ਕਿਉਂਕਿ ਕਸਟਮ ਵਾਲੇ ਫਿਰ ਉਹਨੂੰ ਸੀਲ ਲਵਾਉਂਦੇ ਆ ਨਾ, ਗੱਡੀ ਵਿੱਚ ਵਾੜ ਕੇ ਸੀਲ ਲਵਾ ਦਿੰਦੇ। ਆਹ ਜਿਹੜਾ ਸਾਹਮਣੇ ਵਾਲਾ ਡਰਾਈਵਰ ਸੱਦ ਲਿਆ ਅੰਦਰ ਵਾੜਨ ਵਾਸਤੇ, ਐਕਸਪਰਟ। ਜਿਹੜਾ ਕਸਟਮ ਵਾਲਾ ਚੈੱਕ ਕਰਨ ਡਿਆ ਸਾਰੀਆਂ ਚੀਜ਼ਾਂ, ਡਾਕੂਮੈਂਟ ਜਿਹੜੇ ਨੇ। ਹੁਣ ਇੱਥੋਂ ਚੇਸਿਸ ਨੰਬਰ ਵਗੈਰਾ ਇਹਨੇ ਵੇਖਣਾ ਕਿ ਮੇਰਾ ਪਾਸਪੋਰਟ ਵਗੈਰਾ ਚੈੱਕ ਕਰਨ ਡਿਆ।
ਇਹ ਸੀਲ ਕਰਕੇ ਸਾਰਾ ਕੁਝ ਤੇ ਫਿਰ ਗੱਡੀ ਜਿਹੜੀ ਅੰਦਰ ਲਾਉਂਦੇ ਆ। ਇਹ ਤਾਂ ਸਾਰੀਆਂ ਚੀਜ਼ਾਂ ਚੈੱਕ ਹੋਣੀਆਂ ਵੀ ਕੀ ਇੰਜਨ ਨੰਬਰ ਹੈ, ਕੀ ਚੇਸਿਸ ਨੰਬਰ ਹੈ, ਇਹ ਸਾਰਾ ਕੁਝ ਚੈੱਕ ਕਰਦੇ ਆ। ਮਤਲਬ ਸਾਈਡਾਂ ਸਾਰੀਆਂ ਪਹਿਲਾਂ ਦੀ ਇੰਸ਼ੋਰੈਂਸ 15 ਦਿਨ ਦੀ ਇੰਸ਼ੋਰੈਂਸ ਹੋਰ ਕਰਾਈ ਹੈ ਤੇ ਇਹ ਸਾਰੀਆਂ ਚੀਜ਼ਾਂ ਚੈੱਕ ਕਰਨ ਦੇ। ਉਹ ਦੇਖੋ ਬੜੀ ਮਹਾਰਤ ਦੇ ਨਾਲ ਲਈ ਜਾਂਦਾ ਬਾਈ ਗੱਡੀ ਅੰਦਰ ਵਾਰ, ਕਿਉਂਕਿ ਮੈਨੂੰ ਲੱਗਦਾ ਵੀ ਮੇਰੇ ਕੋਲ ਬਣਾਉਣਗੇ ਪਰ ਇਹਨਾਂ ਨੇ ਆਪਣਾ ਬੰਦਾ ਸੱਦਿਆ। ਕੋ 4x4 ਲਵਾਇਆ, ਅੱਗੇ ਤਿਲਕਣ ਲੱਗ ਪਈ ਸੀ ਤੇ ਹੁਣ ਨਹੀਂ ਤਿਲਕਦੀ। ਹੁਣ ਲੱਗਾ ਪਤਾ ਅੱਗੇ 4x4 ਨਹੀਂ ਲਾਇਆ, 4x4 ਨਹੀਂ ਲਾਇਆ। ਹਾਂ ਲਓ ਵੜ ਗਈ ਗੱਡੀ ਅੰਦਰ। ਪੂਰੀ ਆ ਗਈ ਹੈ ਗੱਡੀ। ਹੁਣ ਇਹਨੂੰ ਰੱਸੇ ਬੰਨ ਲਈਏ ਇੱਕ ਵਾਰ ਆਪਾਂ। ਇਹਨਾਂ ਨੇ ਬੰਨਣੀਆਂ ਰੱਸੀਆਂ ਲੈਸ਼ਿਸ ਵਗੈਰਾ। ਇਹ ਦੇਸੀ ਆ ਵੈਸੇ, ਉਹ ਜਿਹੜੇ ਆਪਣੇ ਲੈਸ਼ਿਸ ਨੇ ਉਹ ਬੰਨ੍ਹਦੇ ਹੁੰਦੇ ਆ। ਇਹਨਾਂ ਦੇਸੀ ਜਗਾਲ ਰੱਖਿਆ। ਕਰਦੀ ਹੈ ਬੰਦ। ਗੱਡੀ ਆਪਣੀ ਹੋ ਗਈ ਹੈ ਪੈਕ। ਕਿੰਨੇ ਦਿਨਾਂ ਵਾਸਤੇ ਪੈਕ ਹੋਈ ਹੈ ਹੁਣ ਆਪਾਂ ਪੁੱਛਦੇ ਹਾਂ। ਤੇ ਕਸਟਮਰ ਵਾਲੇ ਨੇ ਸੀਲ ਲਾਈ ਫੜੀ ਹੈ, ਇਹ ਸੀਲ ਕਰ ਦੇਣੀ ਹੈ ਤੇ ਇਹ ਉਧਰ ਵਾਲੇ ਕਸਟਮਰ ਵਾਲੇ ਖੋਲਣੀ ਹੈ। ਇਹ ਰਿਵਰਸ ਸਰਵੇ ਦਾ ਸੀਲ ਲੱਗ ਜਾਣੀ ਹੈ। Hello. And Waka, how many days till arrive in Dubai? Huh? Oh. ਕਹਿੰਦਾ ਪਤਾ ਨਹੀਂ ਕਹਿੰਦਾ। ਹੁਣ ਚਲੋ ਉਹਨੂੰ ਪੁੱਛਦੇ ਆ ਆਪਣੇ ਨੂੰ ਵੀ ਕਿੰਨੇ ਦਿਨ ਕਹਿੰਦਾ। ਆ ਸੀਲ ਕਰਨ ਡਿਆ, ਸੀਲ ਕਰਕੇ ਤੇ ਫਿਰ ਆਪਾਂ ਛੁੱਟੇ ਢੁੱਕੇ ਡਾਕੂਮੈਂਟ ਲੈ ਕੇ ਤੇ ਮੈਂ ਤੁਰ ਜਾਣਾ ਦੁਬਈ। ਤੇ ਮੇਰਾ ਖਿਆਲ ਹੈ ਕਿ 20-25 ਦਿਨਾਂ 'ਚ ਪਹੁੰਚਣੀ। ਜਦੋਂ ਪਹੁੰਚੇਗੀ 25 ਦਿਨਾਂ ਬਾਅਦ ਤੇ ਫਿਰ ਉੱਥੇ ਜਾ ਕੇ ਮੈਂ ਇਹਨੂੰ ਰਿਸੀਵ ਕਰਾਂਗਾ। ਉੱਧਰ ਦੀ ਡਾਕੂਮੈਂਟੇਸ਼ਨ ਵੀ ਹੋਣੀ ਹੈ, ਸਾਰੇ ਦੇ ਸਾਰੇ ਡਾਕੂਮੈਂਟ ਲੈ ਕੇ ਜਾਣੇ। ਤੇ ਐਸ ਕੰਟੇਨਰ 'ਚ ਹੋ ਗਈ ਗੱਡੀ ਆਪਣੀ ਪੈਕ। ਲੋ ਵੀ ਗੱਡੀ ਆਪਾਂ ਦਿੱਤੀ ਆ ਕਰਾ ਪੈਕ ਕਰਾਤੀ ਕੰਟੇਨਰ 'ਚ। ਤੇ ਹੁਣ ਅਸੀਂ ਜਾਣਾ ਫਿਰ ਤਬਲੀਸੀ। ਮੈਂ ਤਾਂ ਆਖਿਆ ਸੀ ਵੀ ਇੱਥੋਂ ਤਬਲੀਸੀ 4 ਘੰਟੇ ਦੀ ਡਰਾਈਵ ਆ, ਹੈਗਾ ਤੇ 265 ਕਿਲੋਮੀਟਰ ਹੈ, ਲੇਕਿਨ ਡਰਾਈਵ ਜਿਹੜੀ ਕਿਉਂਕਿ ਰੋਡ ਬਣਨ ਡੇ 4 ਘੰਟੇ ਲੱਗ ਹੀ ਜਾਂਦੇ। ਮੈਂ ਕਿਹਾ ਸੀ ਇੱਥੋਂ ਫਲਾਈਟ ਲੈ ਲਾਂਗੇ। ਭਾਈ ਧਰਮ ਭਾਜੀਆਂ ਦੇ ਨਹੀਂ ਭਾਈ, ਉੱਥੋਂ ਹੀ ਜਾਣਾ, ਘਰੋਂ ਹੋ ਕੇ ਜਾਣਾ ਤੇ ਕੱਲ੍ਹ ਜਾਣਾ। ਹੁਣ ਕੱਲ੍ਹ ਦੀ ਫਲਾਈਟ ਲੈਣ ਲੱਗੇ ਅਗਲੇ ਦਿਨ ਦੀ। ਤੇ ਘਰ ਜਾ ਕੇ ਇਹਨਾਂ ਨੂੰ ਮਿਲਦੇ ਤੇ ਸਾਰੀਆਂ ਗੱਲਾਂ ਬਾਤਾਂ ਨਾਲ ਕਰਾਂਗੇ। ਹੁਣੇ ਮੈਂ ਤੁਹਾਨੂੰ ਗੱਡੀ 'ਚ ਬਹਿ ਕੇ ਸਾਰੀ ਡਿਟੇਲ ਦੱਸਣੀ ਆ ਵੀ ਕਿੰਨੇ ਪੈਸੇ ਤੇ ਕਿਸ ਵਜ੍ਹਾ ਤੋਂ ਆਪਾਂ ਰਿਫਿਊਜ਼ ਕੀਤਾ ਤੇ ਬਾਈ ਰੋਡ ਨਾ ਜਾਣ ਦਾ। ਇਹ ਸਾਰੀਆਂ ਗੱਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੈਸੇ ਕਿੰਨੇ ਕੁ ਲੱਗਣੇ ਆ, ਪੈਸੇ ਕਿੰਨੇ ਪੇ ਕਰਨੇ ਆ, ਇਹ ਵੀ ਸਾਰਾ ਕੁਝ ਮੈਂ ਤੁਹਾਨੂੰ ਦੱਸਾਂਗਾ ਵੀ ਕਿੰਨੇ ਪੈਸੇ ਲੱਗ ਗਏ ਸਾਡੇ ਪੋਰਟੀ ਤੋਂ ਉੱਥੋਂ ਤੱਕ ਜਾਣ ਦੇ। ਤੇ ਇਹ ਭਾਜੀ ਦੇ ਨੇ ਜਿਹਨੂੰ ਪੈਸੇ ਦੇਣੇ ਨਾ ਆਪਾਂ ਸ਼ਿਪਿੰਗ ਦੇ, ਤੇ ਵੀ ਕਿੰਨੇ ਲੱਗਣੇ ਸ਼ਿਪਿੰਗ ਦੀ, ਉਹ ਗੱਲ ਕਰਨ ਡਏ। ਤੇ ਬੱਸ ਵੀ ਹੋਈ ਖਲੋਤੀ ਹੈ। ਸਵੇਰ ਦੇ ਅਸੀਂ ਆਏ ਆ, ਸਵੇਰੇ 6:30 ਵਜੇ ਨਿਕਲੇ ਆ। 4 ਘੰਟੇ ਡਰਾਈਵ ਕੀਤੀ, ਫਿਰ ਆ ਕੇ ਇਹਨਾਂ ਨੂੰ ਡੀਕਿਆ ਜਿੱਦਾਂ ਸ਼ਿਪਿੰਗ ਵਾਲਿਆਂ ਨੂੰ। ਉਹਨਾਂ ਨੇ ਡਾਕੂਮੈਂਟੇਸ਼ਨ ਤੇ ਵਾਹਵਾ ਟਾਈਮ ਲੱਗਦਾ। ਫਿਰ ਉਹਦੀ ਇੰਸ਼ੋਰੈਂਸ ਦੁਬਾਰਾ ਰੀਨਿਊ ਕਰਾਈ, ਹੋਰ ਡਾਕੂਮੈਂਟੇਸ਼ਨ ਸੀ। ਫਿਰ 2-3 ਘੰਟੇ ਜਿਹੜੇ ਲਾਤੇ ਕਸਟਮ ਵਾਲਿਆਂ ਨੇ, ਉਹਨਾਂ ਨੂੰ ਡੀਕਦੇ ਰਹੇ। ਤੇ ਰੋਟੀ ਵੀ ਇੱਥੇ ਗੱਡੀ 'ਚ ਬਹਿ ਕੇ ਮਾੜੀ ਚੰਗੀ ਖਾਧੀ, ਜਿਹੜੀ ਘਰੋਂ ਬਣਾ ਕੇ ਲਿਆਂਦੀ ਆਪਾਂ। ਤੇ ਹੁਣ ਹੋਏ ਆ ਵਿਹਲੇ ਤਕਰੀਬਨ। ਵੇਖੋ ਬੁਰਾ ਹਾਲ ਹੋਇਆ ਪਿਆ। ਜਾ ਕੇ ਨਹਾਉਂਦੇ ਆ, ਰੋਟੀ ਪਾਣੀ ਖਾਣੇ, ਲੇਕਿਨ ਏਡੀ ਛੇਤੀ ਨਹੀਂ। ਹਲੇ 4-4.5 ਘੰਟੇ ਸਾਨੂੰ ਲੱਗਣੇ ਆ ਪੋਤੀ ਤੋਂ ਜਾਣ ਦੇ ਤਬਲੀਸੀ। ਸੋ ਰਾਤ ਸਾਨੂੰ ਪੈ ਜਾਣੀ ਆ। ਤੇ ਅਗਲੀਆਂ ਗੱਲਾਂ ਬਾਤਾਂ ਗੱਡੀ ਆਉਂਦੀਆਂ ਨੇ, ਗੱਡੀ 'ਚ ਬਹਿ ਕੇ ਆਪਾਂ ਕਰਦੇ ਹਾਂ। ਅਸੀਂ ਜਾਣਾ ਇੱਥੇ ਬੀਚ ਤੇ, ਉੱਥੇ ਬਹਿ ਕੇ ਕਰਦੇ ਹਾਂ ਵੀ ਕਿਵੇਂ ਕੀ ਹੋਇਆ, ਕਿੰਨੇ ਪੈਸੇ ਲੱਗੇ, ਸਾਰਾ ਕੁਝ। ਲਓ ਵੀ ਜਿਵੇਂ ਤੁਹਾਨੂੰ ਦੱਸਿਆ ਵੀ ਸਾਰਾ ਦਿਨ ਅੱਜ ਆਏ ਅਸੀਂ ਤਬਲੀਸੀ ਤੋਂ। ਇੱਧਰ ਪੋਤੀ ਆ ਇਹਨਾਂ ਦੀ, ਜਿਹੜੀ ਪੋਰਟ ਲੱਗਦੀ ਹੈ ਨਾ, ਜਿੱਥੋਂ ਸ਼ਿਪਿੰਗ ਵਗੈਰਾ ਹੁੰਦੀ ਹੈ। ਇਹਨਾਂ ਦੇ ਕੰਟੇਨਰ ਆਉਂਦੇ ਆ, ਇੰਪੋਰਟ ਐਕਸਪੋਰਟ ਦਾ ਕੰਮ ਜਿਹੜਾ ਹੁੰਦਾ ਇਹਨਾਂ ਦੀ ਇੱਕ ਹੀ ਆ ਇਹ ਪੋਰਟ। ਉੱਥੇ ਅਸੀਂ ਆਏ ਸਾਂ ਸਵੇਰੇ। ਤਬਲੀਸੀ ਤੋਂ 4 ਘੰਟੇ ਦਾ ਰਾਹ। ਸਵੇਰੇ ਸਵਖਤੇ ਉੱਠੇ, 6:30 ਵਜੇ ਉੱਥੋਂ ਨਿਕਲ ਆਏ ਆਪਣੇ ਤਬਲੀਸੀ ਤੋਂ। ਇੱਧਰ ਨੂੰ ਪਹੁੰਚਦੇ ਸੀ 11 ਵਜੇ ਗਏ। ਪਰ ਫਿਰ ਹੁੰਦਾ ਵੀ ਡਾਕੂਮੈਂਟੇਸ਼ਨ, ਫਿਰ ਹੋਰ ਕਈ ਮਾਮਲਾਤ ਹੁੰਦੇ ਇਹਨਾਂ ਦੇ, ਉਹ ਕਰਦਿਆਂ ਕਰਾਉਂਦਿਆਂ ਸਾਨੂੰ ਸ਼ਾਮ ਹੋ ਗਈ। ਮੇਰਾ ਇਰਾਦਾ ਸੀ ਪਹਿਲਾਂ ਵੀ ਲਾਗੇ ਇੱਥੇ ਕੁਤੇਸੀ ਪੈਂਦਾ ਏਅਰਪੋਰਟ, ਵੀ ਉੱਥੋਂ ਫਲਾਈਟ ਲੈ ਕੇ
ਤੇ ਮੈਂ ਦੁਬਈ ਤੁਰ ਜਾਵਾਂਗਾ ਗੱਡੀ ਸ਼ਿਪ ਕਰਾ ਕੇ। ਪਰ ਲੇਟ ਹੋ ਗਏ, ਫਲਾਈਟ ਦਾ ਟਾਈਮ 10:30 ਦਾ ਸੀ। 7 ਵਜੇ ਜਿਹੜੀ ਉਹ ਬੋਰਡਿੰਗ ਸਟਾਰਟ ਹੋ ਜਾਂਦੀ ਤੇ ਮੈਨੂੰ ਲੱਗਦਾ ਆਪਾਂ ਲੇਟ ਹੋ ਜਾਣਾ ਹੈ। ਸੋ ਮੈਂ ਸਮਾਨ ਵੀ ਇਸੇ ਤੋਂ ਵੇਖੋ ਖਿਲ ਰਿਹਾ ਪਿਆ, ਸਮਾਨ ਨਾਲ ਲੈ ਕੇ ਆਇਆ ਹਾਂ। ਤੇ ਅਸੀਂ ਹੁਣ ਬੀਚ ਤੇ ਵੇਖੋ ਬੀਚ ਤੇ ਆ ਕੇ ਬਹਿ ਗਏ ਹਾਂ ਅਸੀਂ। ਵੈਸੇ ਤੇ ਬਹੁਤ ਵਧੀਆ ਇਹਨਾਂ ਦਾ ਇਸ ਸਾਈਡ ਤੇ ਬੀਚ ਆ, ਉਹ ਜਿੱਧਰ ਲਾਈਟਾਂ ਨਜ਼ਰ ਆਉਂਦੀਆਂ ਨਾ, ਉਹ ਬਹੁਤ ਵਧੀਆ ਸੋਹਣਾ ਬੀਚ ਹੈ। ਅਸੀਂ ਲੇਕਿਨ ਇਕੱਲੇ ਜੇ ਆ ਕੇ ਬਹਿ ਗਏ ਵੀ ਇੱਥੇ ਕੋਈ ਰਸ਼ ਰੁਸ਼ ਨਹੀਂ ਹੈ, ਵੀ ਸਾਨੂੰ ਸਮਾਨ ਲੱਗੇ ਸਾਡੇ ਕੋਲ ਵਾਹਵਾ, ਇਸ ਤੋਂ ਅਸੀਂ ਸਾਈਡ 'ਤੇ ਹੋ ਕੇ ਆ ਕੇ ਬਹਿ ਗਏ। ਤੇ ਉਹ ਸਾਈਡ 'ਤੇ ਵੀ ਇਸ ਤੋਂ ਬਹਿ ਗਏ ਵੀ ਸਮਾਨ ਸਾਡੇ ਕੋਲ ਬਹੁਤਾ ਵਾ, ਕੋ ਆ ਕੇ ਪੁੱਛੇ ਦੱਸੇ ਨਾ। ਮੈਂ ਦੱਸਣ ਡਿਆ ਵੀ ਉਹ ਫਲਾਈਟ ਲੈਣੀ ਸੀ, ਕੋਤੇਸੀ ਤੋਂ ਵੀ ਮਿਸ ਹੋ ਗਈ। ਫਿਰ ਹੁਣ ਕੱਲ੍ਹ ਤਬਲੀਸੀ ਤੋਂ ਫਿਰ ਕਰਾਈ ਹੈ। ਹੁਣ ਫਿਰ ਧਰਮ ਭਾਜੀ ਦਾ ਸ਼ੁਕਰੀਆ, ਇੱਕ ਤਾਂ ਮੇਰੇ ਨਾਲ ਸਾਰਾ ਦਿਨ ਖੱਜਲ ਹੋਏ ਆ, ਅਤੇ ਹੁਣ ਫਿਰ ਵੱਡੇ ਭਾਈ ਸਾਹਿਬ ਉਹਨਾਂ ਨੂੰ ਸੱਦਿਆ, ਗੁਰਮੀਤ ਭਾਜੀ ਨੂੰ। ਤਬਲੀਸੀ ਤੋਂ 4 ਘੰਟੇ ਡਰਾਈਵ ਕਰਕੇ ਆਉਣਗੇ ਅਤੇ ਅਸੀਂ 10:30 ਤੱਕ ਬਹਿਣਾ ਇੱਥੇ, ਹਨੇਰਾ ਹੋਣ ਤੱਕ ਉਜਾੜ 'ਚ। ਅਤੇ ਆਉਣਗੇ ਅਤੇ ਫਿਰ ਉਹਨਾਂ ਦੇ ਨਾਲ ਆਪਾਂ ਵਾਪਸ ਜਾਣਾ ਤਬਲੀਸੀ। ਕੱਲ੍ਹ ਉੱਥੋਂ ਫਿਰ ਫਲਾਈਟ ਲੈਣੀ ਹੈ, ਫਿਰ ਦੁਬਈ ਜਾਣਾ। ਜੇ ਆਪਾਂ ਗੱਲ ਕਰਦੇ ਹਾਂ ਵੀ ਇਹ ਕਾਸਟ ਕਿੰਨੀ ਆਈ, ਕਾਸਟ ਤਕਰੀਬਨ ਇੱਥੋਂ ਸ਼ਿਪ ਕਰਾਉਣ ਦੀ ਜਿਹੜੀ ਹੈ ਨਾ, ਕੋਈ $2400 ਦੇ ਕੋਲ ਜਿਹੜੀ ਹੈ ਨਾ ਬਣ ਗਈ ਹੈ। ਸਾਰਾ ਕੁਛ ਪਾ ਲਾ ਕੇ ਉੱਥੇ ਜਾ ਕੇ ਜਿਹੜਾ ਏਜੰਟ ਹੈ ਉਹਨੇ ਕਲੀਅਰ ਕਰਾਉਣਾ, ਉਹਨੇ ਚਲੋ ਕੋਈ $100 ਲਊਗਾ, ਜਿੰਨੇ ਲਊਗਾ। ਅਤੇ ਟਾਈਮ ਇਹਦਾ ਇੱਥੋਂ ਉੱਥੇ ਪਹੁੰਚਣ ਦਾ 20 ਦਿਨ ਦਾ ਦੱਸਦੇ ਆ, 25 ਵੀ ਹੋ ਸਕਦੇ ਆ, 30 ਵੀ ਹੋ ਸਕਦੇ ਆ, ਘੱਟ ਵੀ ਸਕਦੇ ਆ। ਅਤੇ ਇੰਨੇ ਕੁ ਦਿਨ ਟਾਈਮ ਲੱਗਣਾ ਉੱਥੇ ਗੱਡੀ ਸ਼ਿਪ ਹੁੰਦਿਆਂ। ਅਤੇ ਉਹ ਤੁਹਾਨੂੰ ਪਤਾ ਹੀ ਹੈ, ਜਿਵੇਂ ਮੈਂ ਪਹਿਲੀ ਵੀਡੀਓ ਪਾਈ ਸੀ ਵੀ ਆਜ਼ਰਬਾਈਜਾਨ ਨੇ ਐਂਟਰੀ ਨਹੀਂ ਦਿੱਤੀ, ਲੈਂਡ ਬਾਰਡਰ ਇਸਤੇਮਾਲ ਨਹੀਂ ਕਰਨ ਦਿੰਦੇ। ਆਂਦੇ ਵੀ ਸਾਡੇ ਬਾਰਡਰ ਤੋਂ ਨਿਕਲ ਜਿਹੜਾ ਮਰਜ਼ੀ ਜਾਵੇ, ਲੇਕਿਨ ਲੈਂਡ ਬਾਰਡਰ ਥਾਣੀ ਆ ਕੋਈ ਨਹੀਂ ਸਕਦਾ, ਫਲਾਈਟ ਲੈ ਕੇ ਆਓ। ਸੋ ਇਸ ਤੋਂ ਸਾਰਾ ਪ੍ਰੋਗਰਾਮ ਜਿਹੜਾ ਖ਼ਰਾਬ ਹੋ ਗਿਆ। ਜਾਂ ਤਾਂ ਫਿਰ ਅਸੀਂ ਦੁਬਾਰਾ ਟਰਕੀ ਦਾ ਵੀਜ਼ਾ ਲੈ ਕੇ ਟਰਕੀ ਤੋਂ ਐਂਟਰ ਹੋ ਕੇ ਫਿਰ ਈਰਾਨ ਜਾ ਸਕਦੇ ਹਾਂ, ਲੇਕਿਨ ਉਹਦੇ ਲਈ ਵੀ 10 ਦਿਨ ਮੈਨੂੰ ਰੁਕਣਾ ਪੈਣਾ ਸੀ, 10-12 ਦਿਨ, ਕਿਉਂਕਿ ਟਰਕੀ ਜਿਹੜਾ ਵਾ 10-12 ਦਿਨ ਲੈਂਦਾ ਵੀਜ਼ਾ ਦੇਣ ਨੂੰ। ਟ੍ਰਾਂਜ਼ਿਟ ਦਿੰਦੇ ਨਹੀਂ ਆਉਂਦੇ ਸੀ, ਪ੍ਰੋਪਰ ਤੁਸੀਂ ਅਪਾਇੰਟਮੈਂਟ ਲੈ ਕੇ ਅਤੇ ਵੀਜ਼ਾ ਲਵੋ। ਜਾਂ ਤੁਹਾਡੇ ਕੋਲ ਹੋਵੇ ਸ਼ੈਂਜਨ ਦਾ ਵੀਜ਼ਾ, ਜਾਂ UK, USA, ਕੈਨੇਡਾ, ਇਹ ਵੀਜ਼ਾ ਹੋਵੇ, ਫਿਰ ਤੁਹਾਨੂੰ ਮਿਲ ਜਾਂਦਾ, ਵੀਜ਼ਾ ਮਿਲ ਜਾਂਦਾ, ਵਿਦਨ ਅ ਡੇ ਮਿਲ ਜਾਂਦਾ ਵੀਜ਼ਾ। ਮਤਲਬ ਵਿਦਨ ਤੁਸੀਂ ਅਪਲਾਈ ਕਰੋ, ਉਧਰੋਂ ਤੁਹਾਡਾ ਵੀਜ਼ਾ ਬਾਹਰ ਆ ਜਾਂਦਾ, ਅਪਰੂਵ ਹੋ ਕੇ ਆ ਜਾਂਦਾ। ਫਿਰ ਮੁਸ਼ਕਿਲ ਨਹੀਂ ਹੈ ਜੇ ਤੁਹਾਡੇ ਕੋਲ ਇਹਨਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਹੈਗਾ। ਜੇ ਤੁਹਾਡੇ ਕੋਲ ਐਮਿਰੇਟਸ ID ਹੈ, ਜਾਂ ਪਾਕਿਸਤਾਨ ਦਾ ਵੀਜ਼ਾ ਵਾ, ਜਾਂ ਇੰਡੀਆ ਦਾ ਵੀਜ਼ਾ ਵਾ, ਫਿਰ ਤੁਹਾਨੂੰ ਅਪਲਾਈ ਪ੍ਰੋਪਰ ਕਰਨਾ ਪੈਣਾ। ਫਿਰ ਉਹ 10-12 ਦਿਨ ਤੁਹਾਨੂੰ ਜਿਹੜੇ ਲੱਗਣੇ। ਸੋ ਇਸ ਤੋਂ ਫਿਰ ਇਹ ਪ੍ਰੋਗਰਾਮ ਬਣਾਇਆ। ਫਿਰ ਸਾਰਿਆਂ ਨਾਲ ਵੱਡੀ ਵਜ੍ਹਾ ਇਹ ਸੀ ਵੀ ਮੇਰੇ ਜਲਦੀ ਜਾਣ ਦੀ, ਵੀ ਮੇਰਾ ਇਨਵੀਟੇਸ਼ਨ ਲੈਟਰ ਆਇਆ ਇੰਡੀਆ ਤੋਂ, ਆਪਣੇ ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ ਦਾ, ਬਰਾੜ ਸਾਹਿਬ ਅਤੇ ਹੋਰ ਦੋਸਤ ਸਾਡੇ ਦਲਜੀਤ ਸੰਧੂ ਸਾਹਿਬ, ਸਰਪੰਚ ਸਾਹਿਬ, ਔਰ ਜਥੇਦਾਰ ਸਾਹਿਬ, ਉਹਨਾਂ ਨੇ ਕਰਵਾਇਆ ਇੱਕ ਪ੍ਰੋਗਰਾਮ। ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ ਵਾਲਿਆਂ ਨੇ, ਬਰਾੜ ਸਾਹਿਬ ਨੇ ਅਤੇ ਦਲਜੀਤ ਭਾਈ ਉਹਨਾਂ ਨੇ। ਅਤੇ ਉਸ ਪ੍ਰੋਗਰਾਮ ਦਾ ਇਨਵੀਟੇਸ਼ਨ ਹੈ ਮੇਰੇ ਕੋਲ, ਬਾਕੀ ਸਾਰਿਆਂ ਅਪਲਾਈ ਕਰ ਲਿਆ। ਅਤੇ ਹੈ ਵੀ ਦਿਨ ਥੋੜ੍ਹੇ ਆ, ਅਤੇ ਮੇਰੀ ਖੁਆਇਸ਼ ਬਹੁਤ ਜ਼ਿਆਦਾ ਵੀ ਪਹਿਲੋਂ ਵੀਜ਼ਾ ਜੇ ਇੰਡੀਆ ਦਾ ਹੋ ਜਾਵੇ। ਸੋ ਇਸ ਤੋਂ ਵੀ ਇਹ ਟ੍ਰਿਪ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਆਪਾਂ ਅਧੂਰਾ ਛੱਡ ਕੇ ਮੈਂ ਚੱਲਾਂ, ਵੀ ਸ਼ਾਇਦ ਇੰਡੀਆ ਦਾ ਵੀਜ਼ਾ ਹੋ ਜਾਵੇ ਅਤੇ ਆਪਣੀ ਉਹ ਵਿਸ਼ ਖਾਸ਼ ਜਿਹੜੀ ਪੂਰੀ ਹੋ ਜਾਵੇ ਅਤੇ ਮੈਂ ਇੰਡੀਆ ਫਿਰ ਕੇ ਆਵਾਂ। ਅਤੇ ਇਹ ਟ੍ਰਿਪ ਵੀ ਅਧੂਰਾ ਛੱਡਣ ਦੀ ਵਜ੍ਹਾ ਇਹੀ ਬਣਿਆ। ਅਤੇ ਆਪਾਂ ਹੁਣ ਉਡੀਕਣਾ ਵਾ ਭਾਈ ਸਾਹਿਬ ਨੂੰ, ਉਹ ਆਉਣਗੇ ਅਤੇ ਫਿਰ ਆਪਾਂ ਜਾਵਾਂਗੇ। ਅਤੇ ਮੈਨੂੰ ਬਹੁਤ ਸਾਰੇ ਦੋਸਤਾਂ ਨੇ ਪੁੱਛਿਆ ਵੀ ਯਾਰ ਖਰਚਾ ਕਿੰਨਾ ਆਇਆ ਤੁਹਾਡੇ ਸਾਰੇ ਟ੍ਰਿਪ 'ਤੇ, ਮਤਲਬ ਕਿੰਨੇ ਕੁ ਪੈਸੇ ਲੱਗਦੇ। ਮੈਂ ਸਾਰਿਆਂ ਦਾ ਮੇਰਾ ਰਿਪਲਾਈ ਇੱਕ ਹੀ ਹੁੰਦਾ ਵੀ ਜੇ ਮੈਂ ਖਰਚਾ ਗਿਣ ਕੇ ਤੁਰਦਾ ਤਾਂ ਮੈਂ ਟ੍ਰਿਪ ਹੀ ਨਹੀਂ ਸੀ ਕਰਨਾ। ਇਹ ਗਿਣਿਆ ਜੇ ਆਪਾਂ ਕਈ ਪਹਿਲਾਂ ਖਰਚੇ ਗਿਣੀਏ ਵੀ ਇੰਨੇ ਲੱਗ ਜਾਣੇ ਆ, ਤਾਂ ਫਿਰ ਟ੍ਰਿਪ ਕਦੇ ਵੀ ਨਹੀਂ ਹੁੰਦਾ। ਫਿਰ ਉਹ ਬੰਦੇ ਨੂੰ ਹੌਲ ਹੀ ਪੈਂਦਾ ਵੀ ਇੰਨੇ ਪੈਸੇ। ਪਰ ਫਿਰ ਵੀ ਚਲੋ ਇੱਥੇ ਭਲਾ ਹੋਵੇ ਧਰਮ ਭਾਜੀ ਹੁਣਾਂ ਦਾ, ਇਹਨਾਂ ਸਾਨੂੰ ਇੰਨੇ ਦਿਨ ਹੋ ਗਏ ਟੇਕ ਕੇਅਰ ਕਰਨ ਡਏ। ਮੈਂ ਇਸ ਵਲੌਗ 'ਚ ਜ਼ਰੂਰ ਕਹਾਂਗਾ, ਧਰਮ ਭਾਈ ਪਿੱਛੇ ਬੈਠੇ ਆ, ਮੇਰੇ ਕੋਲ ਜਿੰਨੇ ਦੋਸਤ ਆਉਂਦੇ ਹੁੰਦੇ ਨੇ, ਮੇਰੀ ਕੋਸ਼ਿਸ਼ ਹੁੰਦੀ ਵੀ ਆਪਣੇ ਪੈਸੇ ਨਾ ਚੇਂਜ ਕਰਾਉਣ। ਅਤੇ ਉਹ ਮੈਨੂੰ ਲੱਗਦਾ ਵੀ ਉਹ ਮੁੜ ਕੇ ਮੇਰੇ ਵੱਲ ਨੂੰ ਗੱਲ ਆ ਗਈ ਵੀ ਮੈਨੂੰ ਚੇਂਜ ਨਹੀਂ ਇਹਨਾਂ ਪੈਸੇ ਕਰਾਉਣ ਦਿੱਤੇ। ਇਹਨਾਂ ਦੀ ਮੁਹੱਬਤ, ਇਹਨਾਂ ਦਾ ਪਿਆਰ, ਇਹਨਾਂ ਦਾ ਸ਼ੁਕਰੀਆ, ਇਹਨਾਂ ਦਾ ਧੰਨਵਾਦ। ਧਰਮ ਭਾਜੀ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀ ਮੁਹੱਬਤ ਦਾ, ਪਿਆਰ ਦਾ। ਮੈਂ ਤੁਹਾਡਾ ਕੀ ਕਹਿੰਦੇ ਨੇ ਦੇਣ ਨਹੀਂ ਦੇ ਸਕਦਾ। ਨਹੀਂ ਤੁਸੀਂ ਕਿੰਨਾ ਚਿਰ ਹੋ ਗਿਆ, 8-10 ਸਾਲ ਹੋ ਗਏ ਸਾਡੇ ਵਾਸਤੇ, ਪੰਜਾਬ ਵਾਸਤੇ ਕਰੀ ਜਾਂਦੇ ਹਨ। ਕਦੇ ਵਿਛੜਿਆਂ ਨੂੰ ਮਿਲਾਉਣੇ, ਕਦੇ ਕਿਸ ਕਰਦੇ, ਕਦੇ ਕੁਛ, ਠੀਕ ਹੈ ਨਾ। ਅਸੀਂ ਤਾਂ ਬਹੁਤ ਥੋੜ੍ਹਾ ਕੀਤਾ, ਇਹ ਤਾਂ ਬਹੁਤ ਚਿਰ ਪਹਿਲਾਂ ਦੇ ਤੁਹਾਨੂੰ ਦੇਖਦੇ ਹਾਂ, ਠੀਕ ਹੈ ਨਾ। ਉਹ ਚੀਜ਼ਾਂ ਬਸ ਸਾਨੂੰ ਵਧੀਆ ਲੱਗਦੀਆਂ ਸੀ, ਠੀਕ ਹੈ ਨਾ। ਤੁਸੀਂ ਆਏ ਹੋ, ਸਾਨੂੰ ਤਾਂ ਬਹੁਤ ਵਧੀਆ ਲੱਗਿਆ ਸਾਡੇ ਕੋਲੇ, ਠੀਕ ਹੈ। ਇੰਨੇ ਦਿਨ ਹੋ ਗਏ ਮੇਰੇ ਨਾਲ ਤੁਰੇ ਫਿਰਦੇ ਕੰਮ ਛੱਡ ਕੇ, ਹੈਗੇ ਤੁਸੀਂ ਕੰਮ ਵਾਲੇ ਬੰਦੇ ਜੇ। ਉਹ ਤਾਂ ਤੁਹਾਨੂੰ ਦੱਸਿਆ ਵੀ ਆਪਾਂ ADC ਹੈ।
ਤੇ ਮੈਂ ਫਿਰ ਦੂਜੇ ਦੋਸਤ ਜਿਹੜੇ ਵੀ ਹੋਰ ਸੌਰੀ ਬੀਚ ਫਿਰ ਮੈਂ ਤੁਹਾਨੂੰ ਵਿਖਾਦਾ ਇੱਕ ਵਾਰੀ ਜਿੰਨੇ ਹੋਰ ਦੋਸਤ ਕਰਨਾ ਚਾਹੁੰਦੇ ਨਾ ਟ੍ਰਿਪ ਤੇ ਕੀ ਕਹਿੰਦੇ ਹੁੰਦੇ ਆ ਵੀ ਸੌਖਾ ਵੀ ਬੜਾ ਵਾ ਤੇ ਜੇ ਦੂਜੀ ਪਾਸਿਓਂ ਵੇਖਿਓ ਤੇ ਔਖਾ ਵੀ ਬੜਾ ਵੀ ਐਡਾ ਸੌਖਾ ਵੀ ਨਹੀਂ ਹੈ ਤੇ ਐਡਾ ਔਖਾ ਵੀ ਨਹੀਂ ਹੈ ਨਾ ਮੁਮਕਿਨ ਨਹੀਂ ਹੈ ਮਤਲਬ ਤੁਸੀਂ ਕਰ ਸਕਦੇ ਜੇ ਸਾਰੇ ਦੋਸਤ ਜਿਹੜੇ ਪਲਾਨ ਕਰਦੇ ਨੇ ਰੋਡ ਟ੍ਰਿਪ ਦਾ ਮੇਰੀ ਉਹਨਾਂ ਨੂੰ ਸੁਜੈਸ਼ਨ ਹੈ ਵੀ ਵੱਡਾ ਜਿਗਰਾ ਕਰਕੇ ਕੋਈ ਐਡਾ ਔਖਾ ਕੰਮ ਨਹੀਂ ਹੈਗਾ ਵੀ ਤੁਸੀਂ ਰੋਡ ਟ੍ਰਿਪ ਕਰਨਾ ਮਤਲਬ ਵੀ ਕੋਈ ਮੁਸ਼ਕਿਲ ਨਹੀਂ ਹੈ ਇਹਦੇ ਸਾਰੇ ਡਾਕੂਮੈਂਟ ਬਣਾਉਣਾ ਕੋਆਰਡੀਨੇਟ ਕਿਵੇਂ ਬਣਾਉਣਾ ਕਿਵੇਂ ਬਾਰਡਰਾਂ ਦਾ ਪਤਾ ਕਰਨਾ ਵੀ ਕਿਹੜਾ ਬਾਰਡਰ ਸਾਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇ ਸਕਦਾ ਕੋਈ ਐਸਾ ਇਸ਼ੂ ਨਹੀਂ ਹੈ ਤੁਸੀਂ ਕਰ ਸਕਦੇ ਜੇ ਪੈਸੇ ਲੱਗਦੇ ਵੀ ਆ ਤੇ ਨਹੀਂ ਵੀ ਲੱਗਦੇ ਵੀ ਆ ਤੇ ਨਹੀਂ ਵੀ ਲੱਗਦੇ ਇਹ ਦੋ ਗੱਲਾਂ ਇਸ ਤੋਂ ਆ ਵੀ ਜੇ ਸੋਚ ਕੇ ਚੱਲੋਗੇ ਵੀ ਕਿੰਨੇ ਪੈਸੇ ਲੱਗਣੇ ਆ ਤੇ ਫਿਰ ਟੂਰ ਨਹੀਂ ਹੋਣਾ ਜੇ ਸੋਚੋਗੇ ਨਾ ਤੇ ਮੈਨੂੰ ਲੱਗਦਾ ਫਿਰ ਪੈਸੇ ਲੱਗਣੇ ਨਹੀਂ ਤੁਹਾਡੇ ਉਹ ਜੇ ਗਿਣੋਗੇ ਨਾ ਤੇ ਇਹ ਕਿਉਂਕਿ ਲਾਈਫ ਟਾਈਮ ਮੈਨੂੰ ਲੱਗਦਾ ਇਹ ਹੁੰਦਾ ਵਾ ਮੇਰੇ ਵਾਸਤੇ ਤੇ ਮੇਰੀ ਖੁਆਇਸ਼ ਸੀ ਤੇ ਇਹ ਲਾਈਫ ਟਾਈਮ ਮੇਰੇ ਵਾਸਤੇ ਅਚੀਵਮੈਂਟ ਹੈ ਵੀ ਮੈਂ ਬਹੁਤ ਵੱਡਾ ਕਾਰਨਾਮਾ ਆਪਣੇ ਵਾਸਤੇ ਕੀਤਾ ਜਿੰਨਾ ਮਹੀਨਾ ਪੂਰਾ ਮੈਂ ਰਿਹਾ ਤੇ ਇਹ ਵੈਸੇ ਤੇ ਆਪਣੇ ਵਾਸਤੇ ਵੀ ਜੀਵਦਾ ਲੇਕਿਨ ਆਪਣੀ ਖੁਆਇਸ਼ ਦੇ ਮੁਤਾਬਕ ਮੈਂ ਚਾਹੁੰਦਾ ਸੀ ਵੀ ਇਹ ਮੈਂ ਟੂਰ ਕਰਾਂ ਤੇ ਉਹ ਕੀਤਾ ਬਹੁਤ ਦੁਨੀਆ ਵੇਖੀ ਦੁਨੀਆ ਦੇ ਰੰਗ ਵੇਖੇ ਰੰਗ ਬਰੰਗੇ ਲੋਕ ਵੇਖੇ ਰੰਗ ਬਰੰਗੇ ਖਾਣੇ ਵੇਖੇ ਰੰਗ ਬਰੰਗੀਆਂ ਜ਼ੁਬਾਨਾਂ ਵੇਖੀਆਂ ਰੰਗ ਬਰੰਗਾ ਉਹਨਾਂ ਦਾ ਕਲਚਰ ਵੇਖਿਆ ਚੰਗਿਆਈਆਂ ਵੀ ਬਹੁਤ ਲੱਭੀਆਂ ਕੁਛ ਕੀ ਕਹਿੰਦੇ ਹੁੰਦੇ ਮਾੜੀਆਂ ਚੀਜ਼ਾਂ ਵੀ ਸਾਹਮਣੇ ਆਈਆਂ ਲੇਕਿਨ ਮਾੜੀਆਂ ਚੀਜ਼ਾਂ ਨੂੰ ਮੈਂ ਨਾ ਵੀ ਹਮੇਸ਼ਾ ਪਾਸੇ ਪਰਦਾ ਕਰਕੇ ਆਪਾਂ ਚੰਗੀਆਂ ਚੀਜ਼ਾਂ ਨੂੰ ਅਡਾਪਟ ਕਰੀਏ ਬਹੁਤ ਕੁਛ ਚੰਗਾ ਸਿੱਖ ਕੇ ਚੱਲਾਂ ਉਹਨਾਂ 'ਤੇ ਇੰਪਲੀਮੈਂਟ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਦੂਜਿਆਂ ਲਈ ਆਸਾਨੀਆਂ ਪੈਦਾ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਮੈਂ ਜਿਸ ਤਰ੍ਹਾਂ ਇੱਥੇ ਜਾਰਜੀਆ ਆਇਆ ਚਚਨੀਆ ਗਿਆ ਦਾਗਿਸਤਾਨ ਗਿਆ ਅੰਗੂਸ਼ ਗਿਆ ਵਲਾਦੀਕਵਾਕਸ ਗਿਆ ਟਰਕੀ ਗਿਆ ਈਵਨ ਕਿ ਈਰਾਨ ਤੋਂ ਆਪਾਂ ਜਦੋਂ ਸ਼ੁਰੂ ਕੀਤਾ ਸੀ ਈਰਾਨ ਤੋਂ ਇੱਥੋਂ ਤੱਕ ਮੈਂ ਤੇ ਮੈਨੂੰ ਤੇ ਇੰਨੇ ਚੰਗੇ ਲੋਕ ਲੱਭੇ ਨਾ ਵਿੱਚ ਮਾੜੇ ਮਿਲੇ ਹੋਣਗੇ ਮਿਲੇ ਨੇ ਲੇਕਿਨ ਉਹ ਮਾੜਿਆਂ ਦਾ ਜਿਹੜੀ ਸ਼ਖਸੀਅਤ ਸੀ ਉਹਨਾਂ ਦਾ ਜਿਹੜਾ ਕਿਰਦਾਰ ਸੀ ਉਹ ਚੰਗੇ ਲੋਕਾਂ ਨੇ ਮੱਧਮ ਕਰ ਦਿੱਤਾ ਉਹ ਭਾਈ ਧਰਮ ਵਰਗਿਆਂ ਲੋਕਾਂ ਨੇ ਈਰਾਨ ਸਾਡਾ ਮੁੰਡਾ ਦੋਸਤ ਮਸੂਦ ਉਹਦੇ ਵਰਗਾ ਨੇ ਮੁਸਤਫਾ ਟਰਕੀ ਸਾਡੇ ਕੋਲ ਆਇਆ ਫਿਰ ਉੱਥੇ ਅੰਗੂਸ਼ ਦਾਗਿਸਤਾਨ ਚਚਨੀਆ ਉੱਥੇ ਬਹੁਤ ਚੰਗੇ ਪਿਆਰੇ ਦੋਸਤ ਬਣੇ ਨਵੇਂ ਦੋਸਤ ਬਣੇ ਉਹ ਮਿਲੇ ਉਹਨਾਂ ਨਾਲ ਜਿਹੜਾ ਟਾਈਮ ਸਪੈਂਡ ਕੀਤਾ ਉਹ ਚੰਗੇ ਲੋਕਾਂ ਦੀਆਂ ਯਾਦਾਂ ਲੈ ਕੇ ਚੱਲੇ ਆ ਉਹ ਸਫ਼ਰ ਦੀਆਂ ਯਾਦਾਂ ਲੈ ਕੇ ਰਹੇ ਵੀ ਕਿੱਡਾ ਖੂਬਸੂਰਤ ਦੁਨੀਆ ਰੱਬ ਨੇ ਬਣਾਈ ਹੈ ਅਤੇ ਉਹ ਖੂਬਸੂਰਤ ਦੁਨੀਆ ਨੂੰ ਵੇਖਣ ਦਾ ਜੇ ਰੱਬ ਨੇ ਮੌਕਾ ਦਿੱਤਾ ਅਤੇ ਮੈਂ ਕਹਿੰਦਾ ਰੱਬ ਦਾ ਲੱਖ ਸ਼ੁਕਰ ਜਿੰਨਾ ਮੈਂ ਸ਼ੁਕਰ ਅਦਾ ਕਰਾਂ ਉਨਾ ਹੀ ਘੱਟ ਆ ਵੀ ਸਾਨੂੰ ਉਹਨੇ ਇੰਨੀ ਹਿੰਮਤ ਬਖਸ਼ੀ ਇੰਨਾ ਹੌਸਲਾ ਬਖਸ਼ਿਆ ਕਿ ਆਪਾਂ ਜਿਹੜੀ ਦੁਨੀਆ ਉਸ ਉੱਪਰ ਵਾਲੇ ਨੇ ਸਿਰਜੀ ਆ ਵੀ ਉਹਨੂੰ ਵੇਖਣ ਦਾ ਮੌਕਾ ਮਿਲਿਆ ਜੇ ਜਾਰਜੀਆ ਦੀ ਗੱਲ ਕਰਦੇ ਹਾਂ ਵੀ ਜਾਰਜੀਆ 'ਚ ਬਹੁਤ ਸੋਹਣਾ ਇਹਨਾਂ ਦਾ ਐਡਾ ਜ਼ਬਰਦਸਤ ਹੈਗਾ ਇਨਫਰਾਸਟਰਕਚਰ ਹੈ ਇਹਨਾਂ ਦਾ ਟੂਰਿਸਟ ਨੂੰ ਲੈ ਕੇ ਮੈਂ ਫਿਰ ਨਾ ਜੇ ਆਪਾਂ ਮਾੜੀਆਂ ਗੱਲਾਂ ਲੈ ਕੇ ਚੱਲਾਂਗੇ ਤਾਂ ਮੈਨੂੰ ਲੱਗਦਾ ਵੀ ਅਸੀਂ ਮਾੜੇ ਲੱਗਾਂਗੇ ਫਿਰ ਚੰਗੀਆਂ ਗੱਲਾਂ ਚੰਗੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪ੍ਰੋਮੀਨੈਂਟ ਕਰਨਾ ਚਾਹੀਦਾ ਸੋ ਇਸੇ ਹੀ ਆਸ ਤੇ ਇਸੇ ਉਮੀਦ ਦੇ ਨਾਲ ਵੀ ਤੁਸੀਂ ਸਾਰੇ ਵੀ ਜ਼ਰੂਰ ਜਿਹੜਾ ਚਾਹੁੰਦਾ ਵਾ ਉਹ ਟੂਰ ਕਰੋ ਜਿੱਦੀ ਪਹੁੰਚ ਪੈਂਦੀ ਹੈ ਰੱਬ ਨੇ ਆਖਿਆ ਵੀ ਮੈਂ ਦੁਨੀਆ ਬਣਾਈ ਹੈ ਤੇ ਦੁਨੀਆ ਵੇਖੋ ਘੁੰਮ ਕੇ ਤੇ ਅਸੀਂ ਵੇਖਣ ਆਏ ਤੇ ਬਹੁਤ ਸੋਹਣੀ ਦੁਨੀਆ ਤੇ ਸੋਹਣਾ ਲੱਗਾ ਇਹਦੇ ਨਾਲ ਅੱਜ ਦਾ ਵਲੌਗ ਮੁਕਾਉਂਦੇ ਆ ਇੱਕ ਵਾਰੀ ਤਬਲੀਸੀ ਜਾਣਾ ਰਾਤ ਨੂੰ ਕੱਲ੍ਹ ਦਾ ਇੱਕ ਹੋਰ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਜ ਦੇ ਵਲੌਗ 'ਚ ਦੋ ਇਜਾਜ਼ਤ ਮਿਲਦੇ ਆ ਫਿਰ ਰੱਬ ਰੱਖਾ